मेरे ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਮੈਂ ਪ੍ਰਦੀਪ ਕੌਰ, ਪੰਜਾਬੀ ਮਿਸਟਰੈਸ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖਰੜ 10ਵੀਂ ਜਮਾਤ ਦੀ ਪਾਠ ਪੁਸਤਕ ਸਾਹਿਤਮਾਲਾ ਵਿੱਚੋਂ ਗੁਰਮਤਿ ਕਾਵਿ ਵਿੱਚੋਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਲੈ ਕੇ ਆਈ ਹਾਂ। ਭਾਈ ਗੁਰਦਾਸ ਜੀ ਦਾ ਜਨਮ ਗੁਰੂ ਅਮਰਦਾਸ ਜੀ ਦੇ ਭੱਲਾ ਘਰਾਣੇ ਵਿੱਚ ਹੋਇਆ। ਭਾਈ ਗੁਰਦਾਸ ਗੁਰੂ ਅਮਰਦਾਸ ਜੀ ਦੇ ਭਤੀਜੇ ਸਨ। ਆਪ ਸੰਸਕ੍ਰਿਤ, ਬ੍ਰਜ ਭਾਸ਼ਾ, ਫਾਰਸੀ ਅਤੇ ਪੰਜਾਬੀ ਦੇ ਵਿਦਵਾਨ ਸਨ। ਸਿੱਖ ਮਤ ਦੇ ਪ੍ਰਚਾਰ ਲਈ ਆਪ ਆਗਰੇ, ਬਨਾਰਸ, ਉਜੈਨ ਆਦਿ ਕਈ ਥਾਵਾਂ ਤੇ ਗਏ। ਭਾਈ ਗੁਰਦਾਸ ਮਹਾਨ ਸ਼ਖਸੀਅਤ ਦੇ ਮਾਲਕ ਸਨ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸੱਚੇ ਗੁਰਸਿੱਖ ਦੀ ਤਰ੍ਹਾਂ ਉੱਚਾ ਤੇ ਸੁੱਚਾ ਬਤੀਤ ਕੀਤਾ। आपने गुरु अर्जन देव जी द्वारा संपादित श्री गुरु ग्रंथ साहब ਨੂੰ ਪਹਿਲੀ ਵਾਰ ਆਪਣੇ ਹੱਥ ਨਾਲ ਲਿਖਿਆ। ਭਾਈ ਗੁਰਦਾਸ ਜੀ ਨੇ 40 ਵਾਰਾਂ ਲਿਖੀਆਂ ਜੋ ਸ਼ੁੱਧ ਟਕਸਾਲੀ ਪੰਜਾਬੀ ਵਿੱਚ ਹਨ। ਵਾਰਾਂ ਵਿੱਚ ਆਪਨੇ ਗੁਰੂ ਤੇ ਪਰਮੇਸ਼ਰ ਦਾ ਪਿਆਰ, ਸ਼ਰਧਾ ਤੇ ਸਤਿਕਾਰ ਦ੍ਰਿੜ ਕਰਵਾਇਆ ਹੈ। ਜਿੱਥੇ ਦੁਰਾਚਾਰ ਦੀ ਨਿਖੇਧੀ ਕੀਤੀ ਹੈ, ਉੱਥੇ ਸਦਾਚਾਰ ਦੀ ਸਿੱਖਿਆ ਵੀ ਦਿੱਤੀ ਹੈ। आपने गुरमत ਦੇ ਸਿਧਾਂਤਾਂ ਦੀ ਵਿਆਖਿਆ ਕੀਤੀ ਹੈ, ਜਿਸ ਕਰਕੇ ਆਪ ਦੀ ਰਚਨਾ ਨੂੰ ਗੁਰਬਾਣੀ ਦੀ ਕੁੰਜੀ ਵੀ ਕਿਹਾ ਜਾਂਦਾ ਹੈ। ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਹੈ ਸਤਿਗੁਰ ਨਾਨਕ ਪ੍ਰਗਟਿਆ। ਬੱਚਿਓ, ਆਪਾਂ ਇਹ ਸ਼ਬਦ ਬਹੁਤ ਸੁਣਿਆ ਪੜਿਆ ਹੈ। ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। इनते मैं नाल सरलार्थ करांगी। सतगुर नानक प्रगटिया, मिट्टी धुंद जग चानन हुआ। भाई गुरदास जी इस विच दसदे हन कि जदों सतगुर नानक देव जी प्रगट होए, जदों उन्होंने अवतार धारिया, तां अज्ञानता दा हनेरा दूर हो गया। धुंद अज्ञानता अते ज्ञान दा चानन हो गया। ज्यों कर सूरज निकलिया, तारे छपे अंधेर भलोआ। कहते हैं कि उस तरह अज्ञानता का हनेरा दूर हो गया ते ज्ञान का चानन हो गया, जिवें सूरज के चढ़न नाल तारे छिप जाते हैं अते हनेरा दूर नस जाता है। भलोआ का मतलब नसिया। सिंह बुके मिर्गावली, भन्नी जाए ना धीर धरोआ। जिवें शेर की गर्ज दे नाल हिरना की डार भज जाती है। मिर्गावली हिरना की डार ते रुकदी नहीं, धीरज नहीं करती। इसे तरह गुरु जी के अवतार धारण नाल सारे पापां नूं भी भाजड़ पै गई। जिथे बाबा पैर धर, पूजा आसन थापन सोआ। जिथे भी बाबा जी पैर धरते सन, चरण रखते सन, वो थां सेवकाली पूजन योग बन जाती सी। सिद्ध आसन सब जगत दे, नानक आद मते जे कोआ। आपां नूं पता है कि गुरु नानक देव जी तो पहले सिद्ध जोगी बहुत मशहूर सन। इसे तरह भाई गुरदास जी दसते हैं कि गुरु नानक देव जी की शख्सियत का इन्ना प्रभाव सी कि जगत विच जिन्नियां भी थावां सी, वो गुरु दे आसन दे नाम नाल प्रसिद्ध हो गए। सिद्धां दे सारे आसन गुरु दे घर बन गए। घर घर अंदर धर्मसाल होवे, कीर्तन सदा वसोआ। घर घर विच धर्मशालावां बन गईयां, कीर्तन होण लग पिया ਅਤੇ ਵਸੋਆ ਹਮੇਸ਼ਾ ਵਿਸਾਖੀ ਰਹਿਣ ਲੱਗ ਪਈ। ਵਸੋਆ ਵਿਸਾਖੀ ਮਤਲਬ ਖੁਸ਼ੀ ਦਾ ਕੀਰਤਨ ਹੋਣ ਲੱਗ ਪਿਆ। ਬਾਬੇ ਤਾਰੇ ਚਾਰ ਚੱਖ, 9 ਖੰਡ, ਪ੍ਰਿਥਵੀ ਸੱਚਾ ਢੋਆ। ਢੋਆ ਮਤਲਬ ਮੇਲ। ਬਾਬੇ ਨੇ ਚਾਰੇ ਦਿਸ਼ਾਵਾਂ ਤਾਰ ਦਿੱਤੀਆਂ। 9 ਖੰਡ ਪ੍ਰਿਥਵੀ, ਸਭ ਪਾਸੇ ਸੱਚ ਦਾ ਪ੍ਰਕਾਸ਼ ਹੋ ਗਿਆ। ਆਪਾਂ ਵਿਦਿਆਰਥੀਓ ਜਾਣਦੇ ਹਾਂ ਕਿ ਗੁਰੂ ਜੀ ਨੇ 4 ਉਦਾਸੀਆਂ ਕੀਤੀਆਂ ਤੇ ਉਹ ਜਿਹੜੇ ਵੀ ਉਦਾਸੀ ਤੇ ਯਾਤਰਾਵਾਂ ਤੇ ਜਾਂਦੇ ਸੀ, ਉੱਥੇ ਸਭ ਸਿੱਧ ਮੁਨੇ ਡਾਕੂ ਸਭ ਨੂੰ ਉਹ ਰੱਬ ਦੇ ਨਾਮ ਨਾਲ ਜੋੜਦੇ ਜਾਂਦੇ ਸੀ।
ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਇਸ ਤਰ੍ਹਾਂ ਕਲਯੁਗ ਦੇ ਵਿੱਚ ਗੁਰੂ ਨਾਨਕ ਨੇ ਸੰਸਾਰ ਦਾ ਉਦਾਰ ਕਰ ਦਿੱਤਾ। ਹੁਣ ਵਿਦਿਆਰਥੀਓ, ਇਸ ਕਵਿਤਾ ਦਾ ਕੇਂਦਰੀ ਭਾਵ ਮਤਲਬ ਅੰਤਰੀਵ ਭਾਵ, ਜਿਸ ਨੂੰ ਆਪਾਂ ਅੰਗਰੇਜ਼ੀ ਵਿੱਚ ਸੈਂਟਰਲ ਆਈਡੀਆ ਵੀ ਕਹਿੰਦੇ ਹਾਂ, ਇਸ ਵਾਰ ਦਾ ਕੀ ਬਣਦਾ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਨਾਲ ਸੰਸਾਰ ਵਿੱਚ ਪਸਰੇ ਅਗਿਆਨਤਾ ਦੇ ਹਨੇਰੇ ਅਤੇ ਪਾਪਾਂ ਦਾ ਨਾਸ਼ ਹੋ ਗਿਆ। ਗੁਰੂ ਜੀ ਨੇ ਥਾਂ ਥਾਂ ਸੱਚ ਅਤੇ ਧਰਮ ਦਾ ਪ੍ਰਚਾਰ ਕੀਤਾ। ਇਸ ਤਰ੍ਹਾਂ ਚਾਰੇ ਦਿਸ਼ਾਵਾਂ ਤੇ ਨੌਖੰਡ ਪ੍ਰਿਥਵੀ ਨੂੰ ਧਾਰ ਦਿੱਤਾ। ਭਾਈ ਗੁਰਦਾਸ ਜੀ ਦੀ ਦੂਜੀ ਵਾਰ ਆਪਣੇ ਸਿਲੇਬਸ ਵਿੱਚ ਹੈ ਦੇਖ ਪਰਾਈਆਂ ਚੰਗੀਆਂ। ਪਰਾਈਆਂ ਮਤਲਬ ਸੁੰਦਰ ਇਸਤਰੀਆਂ ਬਾਰੇ ਗੱਲ ਕੀਤੀ ਹੈ। ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੇ। ਭਾਈ ਗੁਰਦਾਸ ਜੀ ਫਰਮਾਉਂਦੇ ਹਨ ਕਿ ਹਰੇਕ ਗੁਰਸਿੱਖ ਦਾ ਫਰਜ਼ ਹੈ ਕਿ ਉਹ ਪਰਾਈਆਂ ਸੁੰਦਰ ਇਸਤਰੀਆਂ ਨੂੰ ਦੇਖ ਕੇ ਉਹਨਾਂ ਨੂੰ ਉਮਰ ਦੇ ਹਿਸਾਬ ਨਾਲ ਜਿਵੇਂ ਮਾਵਾਂ ਧੀਆਂ ਤੇ ਭੈਣਾਂ ਦੇ ਬਰਾਬਰ ਸਮਝੇ। ਉਸ ਸੂਰ ਉਸ ਗਾਏ ਹੈ, ਪਰ ਤਨ ਹਿੰਦੂ ਮੁਸਲਮਾਨ ਹੈ। ਗੁਰਸਿੱਖ ਨੂੰ ਪਰਾਏ ਧਨ ਨੂੰ ਨਹੀਂ ਹੜਪਣਾ ਚਾਹੀਦਾ, ਕਿਉਂਕਿ ਪਰਾਇਆ ਧਨ ਹਿੰਦੂ ਲਈ ਗਊ ਦਾ ਮਾਸ ਖਾਣ ਲਈ ਬਰਾਬਰ ਹੈ ਤੇ ਮੁਸਲਮਾਨ ਲਈ ਸੂਰ ਦਾ ਮਾਸ ਖਾਣ ਦੇ ਬਰਾਬਰ ਹੈ। ਕਿਉਂਕਿ ਹਿੰਦੂਆਂ ਲਈ ਗਾਂ ਬਹੁਤ ਪਵਿੱਤਰ ਮੰਨਦੇ ਹਨ ਤੇ ਮੁਸਲਮਾਨ ਸੂਰ ਨੂੰ। ਪੁੱਤਰ ਕਲਤਰ ਕੁਟੁੰਬ ਦੇਖ, ਮੋਹੇ ਨਾ ਧੋਹ ਧਿੰਗਾਣਾ। ਗੁਰਸਿੱਖ ਨੂੰ ਚਾਹੀਦਾ ਹੈ ਕਿ ਉਹ ਪੁੱਤਰ ਕਲਤਰ ਇਸਤਰੀ ਕੁਟੁੰਬ ਪਰਿਵਾਰ ਇਹਨਾਂ ਨੂੰ ਦੇਖ ਕੇ ਇਹਨਾਂ ਦੇ ਪਿਆਰ ਵਿੱਚ ਪੈ ਕੇ ਇਹਨਾਂ ਦੀ ਖਾਤਰ ਕਿਸੇ ਹੋਰ ਨਾਲ ਧੱਕਾ ਅਤੇ ਜ਼ਬਰਦਸਤੀ ਨਾ ਕਰੇ। ਉਸਤਤ ਨਿੰਦਾ ਕੰਨ ਸੁਣ, ਆਪੇ ਬੁਰਾ ਨਾ ਆਖ ਵਖਾਣਾ। ਗੁਰਸਿੱਖ ਨੂੰ ਚਾਹੀਦਾ ਹੈ ਕਿ ਕਿਸੇ ਦੀ ਉਸਤਤ ਅਤੇ ਨਿੰਦਿਆ ਨੂੰ ਚਾਹੇ ਬੇਸ਼ੱਕ ਕੰਨਾਂ ਨਾਲ ਸੁਣ ਲਵੇ, ਪਰ ਉਹ ਆਪਣੇ ਮੂੰਹੋਂ ਕਿਸੇ ਨੂੰ ਆਪਣੇ ਤੋਂ ਬੁਰਾ ਨਾ ਆਖੇ। ਵੱਡ ਪ੍ਰਤਾਪ ਨਾ ਆਪ ਗਨ ਕਰ, ਅਹਿਮੋ ਨਾ ਕਿਸੇ ਰੰਝਾਣਾ। ਭਾਈ ਗੁਰਦਾਸ ਜੀ ਗੁਰਸਿੱਖ ਨੂੰ ਦੱਸਦੇ ਹਨ ਕਿ ਉਹ ਗੁਰਸਿੱਖ ਆਪਣੇ ਆਪ ਨੂੰ ਵੱਡੇ ਪ੍ਰਤਾਪ ਵਾਲਾ ਨਾ ਮੰਨੇ, ਆਪਣੀ ਗਿਣਤੀ ਨਾ ਕਰੇ ਅਤੇ ਨਾ ਹੀ ਅਹਿਮਿਓ ਮਤਲਬ ਹਉਮੈ ਵਿੱਚ ਆ ਕੇ, ਹੰਕਾਰ ਵਿੱਚ ਆ ਕੇ ਕਿਸੇ ਨੂੰ ਦੁੱਖ ਦੇਵੇ। ਗੁਰਮੁਖ ਸੁਖ ਫਲ ਪਾਇਆ, ਰਾਜ ਜੋਗ ਰਸ ਰਲੀਐ ਮਾਨੀਐ। ਜਿਹੋ ਜਿਹੇ ਗੁਰਸਿੱਖ ਬਾਰੇ ਗੱਲ ਕੀਤੀ ਹੈ ਕਿ ਉਹ ਗੁਰਸਿੱਖ ਬੰਦਾ, ਉਹ ਗੁਰਮੁਖ ਸਹਿਜ ਆਨੰਦ ਦੇ ਵਿੱਚ ਪ੍ਰਾਪਤੀ ਹੋ ਜਾਂਦੀ ਹੈ, ਉਸ ਨੂੰ ਸੁਖ ਫਲ ਦੀ ਪ੍ਰਾਪਤੀ ਹੁੰਦੀ ਹੈ ਤੇ ਉਹ ਸੰਸਾਰ ਵਿੱਚ ਵਿਚਰਦੇ ਹੋਏ ਵੀ ਜੋਗ ਕਮਾਉਣ ਦੇ ਆਨੰਦ ਨੂੰ ਮਾਣਦੇ ਹਨ। ਸਾਧ ਸੰਗਤ ਬਿਟ ਕੁਰਬਾਨ ਹੈ। ਅੰਤ ਵਿੱਚ ਭਾਈ ਗੁਰਦਾਸ ਜੀ ਆਪਣੀ ਵਾਰ ਵਿੱਚ ਕਹਿੰਦੇ ਹਨ ਕਿ ਇਹੋ ਜਿਹੇ ਗੁਰਮੁਖ ਨੂੰ ਉੱਚੇ ਨੈਤਿਕ ਗੁਣਾਂ ਦੀ ਪ੍ਰਾਪਤੀ ਸਾਧ ਸੰਗਤ ਤੋਂ ਹੀ ਕੁਰਬਾਨ ਹੁੰਦੀ ਹੈ ਤੇ ਉਹ ਅਜਿਹੀਆਂ ਦਾਤਾਂ ਬਖਸ਼ਣ ਵਾਲੀ ਸਾਧ ਸੰਗਤ ਤੋਂ ਕੁਰਬਾਨ ਜਾਂਦੇ ਹਨ। ਹੁਣ ਵਿਦਿਆਰਥੀਓ, ਇਸ ਵਾਰ ਦਾ ਕੇਂਦਰੀ ਭਾਵ ਮਤਲਬ ਜੋ ਮੇਨ ਆਈਡੀਆ ਕਹਿਣਾ ਚਾਹੁੰਦੇ ਹਨ। ਉੱਚੇ ਨੈਤਿਕ ਗੁਣਾਂ ਦਾ ਮਾਲਕ ਗੁਰਸਿੱਖ ਪਰਾਈਆਂ ਇਸਤਰੀਆਂ ਨੂੰ ਮਾਵਾਂ ਧੀਆਂ ਤੇ ਭੈਣਾਂ ਸਮਝਦਾ ਹੈ। ਪਰਾਏ ਹੱਕ, ਪਰਿਵਾਰਕ ਮੋਹ, ਹੰਕਾਰ ਤੇ ਉਸਤਤ ਨਿੰਦਿਆ ਤੋਂ ਬਚਦਾ ਹੈ। ਉਹ ਸੁਖ ਫਲ ਨੂੰ ਪ੍ਰਾਪਤ ਕਰਦਾ ਹੈ ਤੇ ਰਾਜ ਜੋਗ ਦਾ ਰਸ ਮੰਨਦਾ ਹੈ। ਇਹ ਗੁਣ ਉਸ ਨੂੰ ਸਾਧ ਸੰਗਤ ਤੋਂ ਪ੍ਰਾਪਤ ਹੁੰਦੇ ਹਨ। ਆਪਣੇ ਸਿਲੇਬਸ ਵਿੱਚ ਤੀਜੀ
ਭਾਈ ਗੁਰਦਾਸ ਜੀ ਦੀ ਵਾਰ ਹੈ, ਆਪ ਭਲਾ ਸਭ ਜਗ ਭਲਾ। ਇਸ ਵਾਰ ਦੇ ਵਿੱਚ ਭਾਈ ਗੁਰਦਾਸ ਜੀ ਨੇ ਯੁਧਿਸ਼ਟਰ ਅਤੇ ਦੁਰਯੋਧਨ ਦੀ ਕਥਾ ਤੋਂ ਬਿਆਨ ਕੀਤਾ ਹੈ, ਉਹਦੀ ਉਦਾਹਰਨ ਲੈ ਕੇ ਬਿਆਨ ਕੀਤਾ ਹੈ। ਕਥਾ ਇਹ ਹੈ ਕਿ ਕਿਸੇ ਵੇਲੇ ਕ੍ਰਿਸ਼ਨ ਜੀ ਨੇ ਯੁਧਿਸ਼ਟਰ ਅਤੇ ਦੁਰਯੋਧਨ ਨੂੰ ਇੱਕ ਇੱਕ ਭਲਾ ਬੰਦਾ ਅਤੇ ਇੱਕ ਇੱਕ ਬੁਰਾ ਬੰਦਾ ਲੱਭਣ ਲਈ ਕਿਹਾ ਸੀ। ਆਪਾਂ ਨੂੰ ਪਤਾ ਹੀ ਹੈ ਕਿ ਯੁਧਿਸ਼ਟਰ ਧਰਮ ਦਾ, ਸੱਚ ਦਾ ਪ੍ਰਤੀਕ ਮੰਨਦੇ ਆ ਕਿ ਉਹ ਕਦੇ ਝੂਠ ਨਹੀਂ ਬੋਲਦਾ ਸੀ, ਤੇ ਦੁਰਯੋਧਨ ਕੌਰਵਾਂ ਵਾਲਾ ਨਾਲ ਸੀ, ਕੌਰਵ ਸੀ, ਧ੍ਰਿਤਰਾਸ਼ਟਰ ਦਾ ਵੱਡਾ ਮੁੰਡਾ ਸੀ। ਤੇ ਹੋਇਆ ਇਹ ਕਿ ਯੁਧਿਸ਼ਟਰ ਨੂੰ ਕੋਈ ਬੰਦਾ ਬੁਰਾ ਨਹੀਂ ਮਿਲਿਆ ਅਤੇ ਦੁਰਯੋਧਨ ਨੂੰ ਕੋਈ ਬੰਦਾ ਭਲਾ ਚੰਗਾ ਨਹੀਂ ਲੱਭਿਆ। ਭਾਵ ਇਹ ਹੈ ਕਿ ਜਿਹੋ ਜਿਹੀ ਆਪਣੀ ਦ੍ਰਿਸ਼ਟੀ ਹੁੰਦੀ ਹੈ, ਜੋ ਆਪਣੀ ਸੋਚ ਹੁੰਦੀ ਹੈ, ਆਪਾਂ ਨੂੰ ਸਾਰੇ ਉਹੋ ਜਿਹੇ ਹੀ ਦੁਨੀਆ ਵਿੱਚ ਬੰਦੇ ਦਿਖਾਈ ਦਿੰਦੇ ਹਨ। ਆਪ ਭਲਾ ਸਭ ਜਗ ਭਲਾ, ਭਲਾ 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 ਸਭਨਾ ਕਰ ਦੇਖਿਆ। ਇਸ ਵਿੱਚ ਗੁਰਦਾਸ ਜੀ ਫਰਮਾਉਂਦੇ ਹਨ ਕਿ ਭਲਾ ਕਰਨ ਵਾਲੇ ਨੂੰ ਸਾਰਾ ਸੰਸਾਰ ਹੀ ਭਲਾ ਕਰਨ ਵਾਲਾ ਦਿਸਦਾ ਹੈ। ਉਹ ਸਾਰਿਆਂ ਨੂੰ ਭਲਾ ਕਰਕੇ ਹੀ ਦੇਖਦਾ ਹੈ। ਆਪ ਬੁਰਾ ਸਭ ਜਗ ਬੁਰਾ, ਸਭ ਕੋ ਬੁਰਾ ਬੁਰੇ ਦੇ ਲੇਖੈ। ਜਿਹੜਾ ਬੰਦਾ ਆਪ ਬੁਰਾ ਹੈ, ਉਸ ਨੂੰ ਸਾਰਾ ਸੰਸਾਰ ਹੀ ਬੁਰਾ ਦਿਖਾਈ ਦਿੰਦਾ ਹੈ। ਕਿਸ਼ਨ ਸਹਾਈ ਪਾਂਡਵਾਂ, ਭਾਈ ਭਗਤ ਕਰਤੂਤ ਵਿਸੇਖੇ। ਕ੍ਰਿਸ਼ਨ ਜੀ ਨੇ ਪਾਂਡਵਾਂ ਦੀ ਮਦਦ ਕੀਤੀ ਸੀ ਕਿਉਂਕਿ ਉਹਨਾਂ ਵਿੱਚ ਭਗਤੀ ਭਾਵ ਦੀ ਕਰਤੂਤ ਬਹੁਤ ਸੀ। ਵੈਰ ਭਾਉ ਚਿਤ ਕੈਰਵਾਂ, ਗਨਤੀ ਗਣਨ ਅੰਦਰ ਕਾ ਲੇਖੇ। ਤੇ ਕੌਰਵਾਂ ਦੇ ਦਿਲ ਵਿੱਚ, ਚਿੱਤ ਵਿੱਚ ਵੈਰ ਦਾ ਭਾਵ ਸੀ। ਦਿਲ ਵਿੱਚੋਂ ਵੈਰ ਦੀ ਹੀ ਗਿਣਤੀ ਰੱਖਦੇ ਸੀ ਤੇ ਅੰਦਰੋਂ ਉਹ ਕਾਲੇ ਸੀ। ਭਲਾ ਬੁਰਾ ਪਰਵੰਨਿਆ, ਭਾਲਣ ਗਏ ਨਾ ਦਿਸ਼ਟ ਸਰੇਖੇ। ਜਦੋਂ ਯੁਧਿਸ਼ਟਰ ਨੂੰ ਭਲਾ ਬੁਰਾ ਕਰਨ ਨੂੰ, ਯੁਧਿਸ਼ਟਰ ਤੇ ਦੁਰਯੋਧਨ ਨੂੰ ਭਲਾ ਤੇ ਬੁਰਾ ਲੱਭਣ ਨੂੰ ਭੇਜਿਆ ਗਿਆ ਤਾਂ ਯੁਧਿਸ਼ਟਰ ਨੂੰ ਕੋਈ ਬੁਰਾ ਤੇ ਦੁਰਯੋਧਨ ਨੂੰ ਕੋਈ ਚੰਗਾ ਨਾ ਦੱਸਿਆ, ਕਿਉਂਕਿ ਉਹਨਾਂ ਦੋਨਾਂ ਦੀ ਦ੍ਰਿਸ਼ਟੀ ਇੱਕੋ ਜਿਹੀ ਨਹੀਂ ਸੀ। ਸਰੇਖੇ ਵਰਗਾ ਦ੍ਰਿਸ਼ਟੀ, ਜਿਹੋ ਜਿਹੀ ਦ੍ਰਿਸ਼ਟੀ ਸੀ ਉਹੋ ਜਿਹੀ ਉਹਨਾਂ ਨੂੰ ਲੱਭਿਆ। बुरा न कोई युधिष्ठिर दुर्योधन को भला न देखै। युधिष्ठिर नूं कोई बुरा अते दुर्योधन नूं कोई चंगा ना दिसिया। करवै होए सो टोटी रेखै। करवै गड़वा गंगा सागर कहते हैं कि जो लोटे विच हुंदा है, जो गड़वे विच हुंदा है, उस दी टूटी दी धार विचों ओही बाहर वह तुरदा है। अर्थात ਜਿਹੋ ਜਿਹੀ ਦ੍ਰਿਸ਼ਟੀ ਹੁੰਦੀ ਹੈ ਉਸ ਨੂੰ ਉਹੋ ਜਿਹੀ ਸਾਰਾ ਕੁਝ ਦਿਖਦਾ ਹੈ। ਅਰਥਾਤ ਭਲੇ ਨੂੰ ਹੀ ਸਾਰਾ ਭਲੇ ਦਿਖਾਈ ਦਿੰਦੇ ਹਨ ਤੇ ਬੁਰੇ ਨੂੰ ਸਾਰੇ ਬੁਰੇ। ਆਪ ਭਲਾ ਸਭ ਜਗ ਭਲਾ ਵਾਰਤਾ ਕੇਂਦਰੀ ਭਾਵ ਭਲੇ ਨੂੰ ਯੁਧਿਸ਼ਟਰ ਵਾਂਗ ਸਾਰਾ ਸੰਸਾਰ ਹੀ ਭਲਾ, ਪਰ ਬੁਰੇ ਨੂੰ ਯੁਧੋਧਨ ਵਾਂਗ ਸਾਰਾ ਸੰਸਾਰ ਹੀ ਬੁਰਾ ਦਿਸਦਾ ਹੈ। ਨਾਲ ਹੀ ਹਰ ਇੱਕ ਨੂੰ ਆਪਣੀ ਭਾਵਨਾ ਦਾ ਹੀ ਫਲ ਪ੍ਰਾਪਤ ਹੁੰਦਾ ਹੈ, ਜਿਸ ਕਰਕੇ ਪਾਂਡਵ ਕ੍ਰਿਸ਼ਨ ਜੀ ਦੇ ਪਿਆਰ ਅਤੇ ਕੌਰਵ ਉਹਨਾਂ ਦੇ ਤਿਰਸਕਾਰ ਦੇ ਪਾਤਰ ਬਣੇ। ਆਪਣੀ ਅਖੀਰਲੀ ਵਾਰ ਹੈ ਭਾਈ ਗੁਰਦਾਸ ਜੀ ਦੀ ਅਕਿਰਤਕਨ। ਅਕਿਰਤਕਨ ਦਾ ਮਤਲਬ ਹੈ ਜੋ ਕਿਸੇ ਦੀ ਕੀਤੀ ਨੇਕੀ ਨਾ ਜਾਣੇ। ਕਿਰਤਕਨ ਜੋ ਕਿਸੇ ਦੀ ਕੀਤੀ ਨੇਕੀ ਜਾਣੇ, ਜੋ ਕਿਸੇ ਦਾ ਅਹਿਸਾਨ ਨਾ ਮੰਨੇ, ਉਹ ਅਕਿਰਤਕਨ। ਨਾ ਤੇ ਸਭਾਰੇ ਪਰਬਤਾ ਅਸਮਾਨ ਕਹਿੰਦੇ। ਇਸ ਵਾਰ ਦੇ ਵਿੱਚ ਭਾਈ ਗੁਰਦਾਸ ਜੀ ਦੱਸਦੇ ਹਨ
ਕਿ ਧਰਤੀ ਨੂੰ ਅਸਮਾਨ ਨਾਲ ਉੱਚੇ ਪਹਾੜ ਵੀ, ਅਸਮਾਨ ਨਾਲ ਖਹਿੰਦੇ ਹੋਏ ਉੱਚੇ ਪਹਾੜ ਵੀ ਭਾਰੇ ਨਹੀਂ ਲੱਗਦੇ। ਨਾ ਤਿਸ ਭਾਰੇ ਕੋਟਗੜ੍ਹ ਘਰ ਬਾਰ ਦਿਸੰਦੇ। ਨਾ ਧਰਤੀ ਨੂੰ ਕੋਟ, ਕਿਲੇ, ਗੜ੍ਹ, ਘਰ ਬਾਰ ਜੋ ਇੰਨੇ ਭਾਰੇ ਹਨ ਉਹ ਭਾਰੇ ਲੱਗਦੇ ਹਨ। ਨਾ ਤਿਸ ਭਾਰੇ ਸਾਇਰਾ ਨਦਵਾ ਵਹਾਂਦੇ। ਸਾਇਰਾ ਸਮੁੰਦਰ। ਨਾ ਧਰਤੀ ਨੂੰ ਸਮੁੰਦਰ ਤੇ ਨਦੀਆਂ ਵਾਨ ਭਾਰੇ ਲੱਗਦੇ ਨੇ। ਨਾ ਤਿਸ ਭਾਰੇ ਤਰੁਵਰਾ ਫਲ ਫੁਲੰਦੇ। ਤਰੁਵਰਾ ਬ੍ਰਿਜ। ਨਾ ਧਰਤੀ ਨੂੰ ਫਲਾਂ ਨਾਲ ਲੱਦੇ ਹੋਏ ਰੁੱਖ ਭਾਰੇ ਲੱਗਦੇ ਹਨ। ਨਾ ਤਿਸ ਭਾਰੇ ਜੀ ਜੰਤ ਅਣਗਿਣਤ ਫਰੰਦੇ। ਨਾ ਧਰਤੀ ਨੂੰ ਆਪਣੇ ਉੱਪਰ ਇੱਧਰ ਉੱਧਰ ਘੁੰਮ ਰਹੇ ਅਸੰਖਾਂ ਅਣਗਿਣਤ ਜੀਵ ਜੰਤੂ ਭਾਰੇ ਲੱਗਦੇ ਨੇ। ਭਾਰੇ ਭੁਈ ਅਕਿਰਤ ਕਨ ਮੰਦੀ ਹੋ ਮੰਦੇ। ਧਰਤੀ ਨੂੰ ਭਾਰਾ ਕੀ ਲੱਗਦਾ ਹੈ? ਭੁਈ ਧਰਤੀ ਨੂੰ ਭਾਰਾ ਕੀ ਲੱਗਦਾ ਹੈ? ਉਸ ਨੂੰ ਤਾਂ ਕੇਵਲ ਅਕਿਰਤ ਕਨ ਲੋਕ ਹੀ ਭਾਰੇ ਲੱਗਦੇ ਹਨ, ਕਿਉਂਕਿ ਉਹ ਮੰਦੀ ਹੋ ਮੰਦੇ, ਕਿਉਂਕਿ ਉਹ ਮੰਦਿਆਂ ਤੋਂ ਵੀ ਮੰਦੇ ਹੁੰਦੇ ਹਨ। ਅਕ੍ਰਿਤਕਨ ਕਵਿਤਾ ਦਾ ਕੇਂਦਰੀ ਭਾਵ। ਧਰਤੀ ਨੂੰ ਉੱਚੇ ਪਹਾੜ, ਸਮੁੰਦਰ, ਨਦੀਆਂ, ਕੋਟ, ਗੜ੍ਹ, ਘਰ ਬਾਰ, ਫਲਾਂ ਨਾਲ ਭਰੇ ਹੋਏ ਰੁੱਖ ਤੇ ਅਣਗਿਣਤ ਜੀਵ ਜੰਤੂ ਭਾਰੇ ਨਹੀਂ ਲੱਗਦੇ। ਉਸ ਨੂੰ ਤਾਂ ਕੇਵਲ ਉਹ ਮਨੁੱਖ ਜੋ ਅਕ੍ਰਿਤਕਨ ਹੁੰਦੇ ਹਨ ਉਹ ਹੀ ਭਾਰੇ ਲੱਗਦੇ ਹਨ। ਉਹ ਮੰਦਿਆਂ ਤੋਂ ਵੀ ਮੰਦੇ ਹੁੰਦੇ ਹਨ। ਪਿਆਰੇ ਵਿਦਿਆਰਥੀਓ, ਉਮੀਦ ਹੈ ਕਿ ਤੁਹਾਨੂੰ ਇਹ ਸਾਰਾ ਗੁਰਮਤਿ ਕਾਵਿ ਦੇ ਭਾਈ ਗੁਰਦਾਸ ਜੀ ਸਮਝ ਆ ਗਏ ਹੋਣਗੇ। ਧੰਨਵਾਦ।